वेरी गुड आफ्टरनून टू ऑल। हाँ जी, तो ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਮਕੈਨਿਕਸ ਸੈਕਿੰਡ यानी कि डायनामिक्स। ਮਕੈਨਿਕਸ ਫਸਟ ਆਪਣੀ ਸਟੈਟਿਕ ਐਂਡ ਇਕੁਇਲੀਬ੍ਰੀਅਮ ਹੋ ਚੁੱਕੀ ਹੈ ਜੀ, ਤੇ ਅੱਜ ਆਪਾਂ ਮਕੈਨਿਕਸ ਸੈਕਿੰਡ ਡਾਇਨਾਮਿਕਸ ਸ਼ੁਰੂ ਕਰਦੇ ਹਾਂ ਆਪਣੀ। ਕੱਲ ਦਾ ਆਫ ਸੀਗਾ ਸੰਡੇ ਕਰਕੇ, ਤਾਂ ਅੱਜ ਆਪਾਂ ਮੰਡੇ ਫਿਰ ਤੋਂ ਲਾਈਵ ਹੋਏ ਹਾਂ ਕਲਾਸ ਦੇ ਵਿੱਚ ਡਾਇਨਾਮਿਕ ਕਰਨ ਦੇ ਲਈ। ਠੀਕ ਹੈ ਜੀ, ਤਾਂ एक सिंपल जा टॉपिक है, ज़्यादा कुछ है नहीं, MCQ भी ज़्यादा नहीं बनते, बट जिन्ने भी BA ਦੇ ਸਟੂਡੈਂਟਸ ਹੁੰਦੇ ਨੇ ਯਾਨੀ ਕਿ ਆਰਟਸ ਦੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਟਫ ਪੈਂਦਾ ਟੌਪਿਕ। ਬਾਕੀ ਅਦਰਵਾਈਜ਼ ਸਾਇੰਸ ਵਾਲਿਆਂ ਲਈ ਬਹੁਤ ਈਜ਼ੀ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਇਹ ਸਭ ਪੜ੍ਹਿਆ ਹੁੰਦਾ ਡਾਇਨਾਮਿਕਸ ਜਾਂ ਮਕੈਨਿਕਸ। ਤਾਂ ਥੋੜਾ ਜਿਹਾ ਧਿਆਨ ਨਾਲ ਸਮਝਣ ਵਾਲੀ ਗੱਲ ਹੈ। ਸਟੇਟਮੈਂਟ ਆਪਾਂ ਨੂੰ ਇਹਦੇ ਵਿੱਚ ਯਾਦ ਬਹੁਤ ਕੁਝ ਰੱਖਣਾ ਪੈਣਾ, ਹਰ ਇੱਕ ਕੰਸੈਪਟ ਹੈ ਜਿਹੜਾ ਉਹ ਲਰਨ ਬੇਸਡ ਹੋਏਗਾ। ਠੀਕ ਹੈ ਜੀ, ਚਲੋ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ। ਤਾਂ ਪਲੀਜ਼ ਇੱਕ ਵਾਰ ਦੱਸ ਦਿਓ ਕਿ ਆਡੀਓ ਵੀਡੀਓ ਬਿਲਕੁਲ ਕਲੀਅਰ ਹੈ, ਓਕੇ ਹੈ ਸਭ ਕੁਝ ਠੀਕ ਹੈ ਜੀ। ਸਭ ਤੋਂ ਪਹਿਲਾਂ ਦੋ ਡੈਫੀਨੇਸ਼ਨਸ ਕਰਾਂਗੇ ਆਪਾਂ, ਵੈਲੋਸਿਟੀ ਦੀ ਤੇ ਐਸਲਰੇਸ਼ਨ। ਇਹਦੀ ਵੈਲੋਸਿਟੀ ਆਮ ਤੌਰ ਤੇ ਆਪਾਂ ਨੂੰ ਪਤਾ ਹੀ ਹੈ ਕੀ ਹੁੰਦੀ ਹੈ ਵੈਲੋਸਿਟੀ। ਹਾਂਜੀ, ਰੇਟ ਆਫ ਚੇਂਜ ਆਫ ਡਿਸਪਲੇਸਮੈਂਟ, ਦਾ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਵੈਲੋਸਿਟੀ ਬੋਲ, ਦਾ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ। ठीक है जी, अगर इन्हों आप मैथामैटिकली डिफाइन करना हो तो किवें डिफाइन करांगे, बी वेलोसिटी इक्वल टू डी एक्स अपॉन डी टी। एक्स इत्थे की होएगी, एक्स अपने को डिसप्लेसमेंट, या फिर इन्हों आप बी इक्वल टू डी एस अपॉन डी टी इदा भी लिख सकते। एस भी डिसप्लेसमेंट बोलते हैं, एक्स नूं भी डिसप्लेसमेंट आप बोलते हैं। द रेट ऑफ चेंज ऑफ डिसप्लेसमेंट इन्हों की बोलते हैं आप वेलोसिटी। ठीक है जी, एसलेशन द रेट ऑफ चेंज ऑफ वेलोसिटी, बस एसलेशन की हो जाएगा। देखो डिसप्लेसमेंट ਦੇ ਵਿੱਚ ਜਿਹੜਾ ਚੇਂਜ ਹੋਇਆ ਉਹਨੂੰ ਆਪਾਂ ਬੋਲਿਆ ਵੈਲੋਸਿਟੀ, ਤੇ ਜਿਹੜਾ ਵੈਲੋਸਿਟੀ 'ਚ ਚੇਂਜ ਹੋਏਗਾ ਉਹਨੂੰ ਆਪਾਂ ਬੋਲਾਂਗੇ ਐਸਲੇਸ਼ਨ। ਦ ਰੇਟ ਆਫ ਚੇਂਜ, ਦ ਰੇਟ ਆਫ ਚੇਂਜ ਆਫ ਦ ਰੇਟ ਆਫ ਚੇਂਜ ਆਫ ਵੈਲੋਸਿਟੀ, ਇਹਨੂੰ ਆਪਾਂ ਕੀ ਬੋਲਾਂਗੇ ਐਸਲੇਸ਼ਨ। ਕੀ ਆ ਗਿਆ, ਰੇਟ ਐਸਲੇਸ਼ਨ ਲਿਖਾਂਗੇ ਇਹ ਨਾਲ, the rate of change of velocity यानी कि d b upon dt ਆ ਹੁੰਦੀ ਹੈ ਆਪਣੇ ਕੋਲ ਐਸਲੇਸ਼ਨ। ਜਾਂ ਫਿਰ ਇਹਨੂੰ ਇੱਕ ਹੋਰ ਤਰੀਕੇ ਨਾਲ ਵੀ ਲਿਖਿਆ ਜਾ ਸਕਦਾ ਹੈ, a ਇਕੁਅਲ ਟੂ ਡਿਸਪਲੇਸਮੈਂਟ ਦਾ ਡਬਲ ਡੈਰੀਵੇਟਿਵ d ਸਕੁਅਰ x upon dt ਸਕੁਅਰ, ਕਿਉਂਕਿ ਇੱਕ ਵਾਰ ਕਰਾਂਗੇ ਤਾਂ ਵੈਲੋਸਿਟੀ ਆਏਗੀ, ਇੱਕ ਵਾਰ ਫਿਰ ਕਰਾਂਗੇ ਉਹ ਐਸਲੇਸ਼ਨ ਬਣ ਜਾਏਗੀ। ਜਾਂ ਫਿਰ ਇੱਕ ਵਾਰ ਹੋਰ ਵੀ ਲਿਖਿਆ ਜਾ ਸਕਦਾ ਹੈ, ਵੈਲੋਸਿਟੀ ਇਨਟੂ b ਇਨਟੂ dv upon ds। ਆ ਤਿੰਨੋਂ ਜਿਹੜੀਆਂ ਡੈਫੀਨੇਸ਼ਨਸ ਨੇ ਉਹ ਹੈਗੀਆਂ ਨੇ ਐਸਲੇਸ਼ਨ। ਕਲੀਅਰ ਹੋ ਗਈ ਗੱਲ ਐਸਲੇਸ਼ਨ ਦੀ। ਤੇ ਇੱਕ ਆਪਣੇ ਕੋਲ ਹੁੰਦੀ ਹੈ ਸਪੀਡ। ਸਪੀਡ ਕੀ ਹੋਏਗੀ, ਜਿਹੜੀ ਵੈਲੋਸਿਟੀ ਹੁੰਦੀ ਹੈ ਆਪਣੇ ਕੋਲ ਵੈਕਟਰ ਕੁਆਂਟੀਟੀ ਹੁੰਦੀ ਹੈ, ਜਿਹਦੀ ਆਪਣੇ ਕੋਲ ਡਾਇਰੈਕਸ਼ਨ ਵੀ ਹੁੰਦੀ ਹੈ ਤੇ ਮੈਗਨੀਚਿਊਡ ਵੀ ਹੁੰਦੀ ਹੈ। ਠੀਕ ਹੈ ਜੀ, ਸਪੀਡ ਦੇ ਵਿੱਚ ਆਪਣੇ ਕੋਲ ਓਨਲੀ ਮੈਗਨੀਚਿਊਡ ਹੋਏਗਾ, ਡਾਇਰੈਕਸ਼ਨ ਨਹੀਂ ਹੋਏਗੀ। ਓਨਲੀ ਕੀ ਹੋਏਗਾ, ਮੈਗਨੀਚਿਊਡ ਹੋਏਗਾ, ਡਾਇਰੈਕਸ਼ਨ ਨਹੀਂ ਹੋਏਗੀ, ਤਾਂ ਉਹਨੂੰ ਆਪਾਂ ਬੋਲਾਂਗੇ ਸਪੀਡ। ਫਿਰ ਇੱਕ ਆਪਣੇ ਕੋਲ ਹੋਰ ਵਰਡ ਆਉਂਦਾ ਹੈ, ਕਿਹੜਾ ਵਰਡ, ਰਿਟਾਰਡੇਸ਼ਨ। ਰਿਟਾਰਡੇਸ਼ਨ ਇਹ ਬਿਲਕੁਲ ਜੀ ਐਸਲੇਸ਼ਨ ਦਾ ਉਲਟਾ ਹੁੰਦਾ ਹੈ। ਠੀਕ ਹੈ ਜੀ, ਅਗਰ ਐਸਲੇਸ਼ਨ ਵੱਧ ਰਹੀ ਹੋਵੇ, ਐਸਲੇਸ਼ਨ ਹੋ ਰਹੀ ਹੋਵੇ ਤਾਂ ਉਹ ਹੁੰਦਾ ਪੋਜ਼ਿਟਿਵ। ਠੀਕ ਹੈ ਜੀ, ਅਗਰ ਐਸਲੇਸ਼ਨ ਘਟ ਰਹੀ ਹੋਵੇ ਤਾਂ ਉਹਨੂੰ ਆਪਾਂ ਬੋਲਦੇ ਹਾਂ ਰਿਟਾਰਡੇਸ਼ਨ, ਤਾਂ ਉਹ ਆ ਜਾਂਦੀ ਹੈ ਨੈਗੇਟਿਵ ਆਫ ਐਸਲੇਸ਼ਨ। ਰਿਟਾਰਡੇਸ਼ਨ ਕੀ ਹੁੰਦੀ ਹੈ, ਜਦੋਂ ਐਸਲੇਸ਼ਨ ਆਪਣੇ ਕੋਲ ਘਟ ਰਹੀ ਹੁੰਦੀ ਹੈ, ਡਿਕਰੀਜ਼ ਹੋ ਰਹੀ ਹੁੰਦੀ ਹੈ ਐਸਲੇਸ਼ਨ, ਤਾਂ ਉਹਨੂੰ ਆਪਾਂ ਰਿਟਾਰਡੇਸ਼ਨ ਬੋਲ ਦਿੰਦੇ ਹਾਂ, ਯਾਨੀ ਕਿ ਨੈਗੇਟਿਵ ਆਫ ਐਸਲੇਸ਼ਨ। ਕਲੀਅਰ ਹੋ ਗਈਆਂ ਸਾਰੀਆਂ ਗੱਲਾਂ, ਡਨ। वेलोसिटी, एक्सेलरेशन, रिटार्डेशन, स्पीड। ठीक है जी, तो आप आगे चलते हैं मोशन विद कांस्टेंट एक्सेलरेशन। अपना जो पहला टॉपिक है डायनामिक का, मोशन विद कांस्टेंट एक्सेलरेशन। ਇਹਦੇ ਵਿੱਚ ਆਪਾਂ ਬਸ ਤਿੰਨ ਚਾਰ ਜਿਹੜੀਆਂ ਹੈਗੀਆਂ ਨੇ ਗੱਲਾਂ ਉਹ ਪੜ੍ਹਨੀਆਂ ਨੇ, ਡਿਸਕਸ ਕਰਨੀਆਂ ਨੇ। ਤਾਂ ਪਹਿਲਾ ਆਪਣੇ ਕੋਲ ਕੀ ਹੁੰਦਾ ਇਹਦੇ ਵਿੱਚ, ਪਹਿਲਾ ਹੁੰਦਾ b is equal to u plus at, b is equal to u plus at। बी की होएगी इत्थे फाइनल वेलोसिटी, बी की होएगी फाइनल वेलोसिटी, यू की होएगी
इनिशियल वेलोसिटी, और ए की होएगी एक्सेलरेशन, और टी की होएगी टाइम। ये आ गया अपने को पहला फार्मूला, b इज इक्वल टू यू प्लस एट। क्लियर, b इज इक्वल टू यू प्लस एट। सेकंड नंबर पे अपने को आंदा डिस्प्लेसमेंट का, यानी कि s इज इक्वल टू यू टी प्लस हाफ ए टी स्क्वायर, s इज इक्वल टू यू टी प्लस हाफ ए टी स्क्वायर। बाकी सारी चीज़ां सिंपल ने, यू आप डिस्कस कर लिया, इनिशियल वेलोसिटी, टाइम, टी टाइम, ए एक्सेलरेशन, टी फिर टाइम, लेकिन एस अपने को होएगा डिस्प्लेसमेंट। एस होएगा डिस्प्लेसमेंट। क्लियर। उसके बाद थर्ड नंबर पे जो अपने को आंदा फार्मूला वो होंदा है v स्क्वायर इज इक्वल टू u स्क्वायर प्लस 2as। v स्क्वायर इज इक्वल टू u स्क्वायर प्लस 2as, यानी कि फाइनल वेलोसिटी का स्क्वायर इज इक्वल टू इनिशियल वेलोसिटी का स्क्वायर प्लस 2 इनटू एक्सेलरेशन इनटू डिस्प्लेसमेंट। ठीक है जी। और जो फोर्थ अपने को आंदा है वो आंदा f, यानी कि डिस्प्लेसमेंट वो की हुंदी है वेलोसिटी इनटू टाइम। वेलोसिटी इनटू टाइम ये आम तौर पे ਆਪਾਂ ਪਹਿਲਾਂ ਪੜ੍ਹਦੇ ਆਏ ਆ, वेलोसिटी स्पीड की ਹੁੰਦੀ ਹੈ वेलोसिटी इनटू टाइम। ठीक है जी। ਤਾਂ ਇਹ ਆਪਣੇ ਕੋਲ ਚਾਰ ਜਿਹੜੇ ਫਾਰਮੂਲੇ ਨੇ ਮੋਸ਼ਨ ਵਿਦ ਕਨਸਟੈਂਟ ਐਕਸਲਰੇਸ਼ਨ ਦੇ ਵਿੱਚ ਯੂਜ਼ ਹੁੰਦੇ ਨੇ। ਪਹਿਲਾ v u + at, दूसरा s u t + हाफ at स्क्वायर, तीसरा v = u स्क्वायर + 2as, चौथा s v t। आ वाला फॉर्मूला बहुत घट यूज होता है, मेन आ तीन, पहला, दूसरा और तीसरा, ये तीनों बहुत इंपॉर्टेंट। ठीक है जी, क्लियर। डिस्टेंस ट्रैवल्ड इन nth सेकंड, इंपॉर्टेंट कांसेप्ट है जी। डिस्टेंस ट्रैवल इन nth सेकंड है ना। इन रेक्टिलिनियर मोशन, कोई अपने को अगर रेक्टिलिनियर मोशन हो गई, रेक्टिलिनियर मोशन ਜਿਹੜਾ nth सेकंड डिस्टेंस इन nth सेकंड ਦਾ ਫਾਰਮੂਲਾ ਹੁੰਦਾ ਉਹ ਆਪਣੇ ਕੋਲ ਕੀ ਹੁੰਦਾ ਹੈ, sm is equal to u plus half 2n minus 1 into a। sm is equal to u plus half 2n minus 1 into a। अगर आप s1 फाइंड करांगे तो क्या आएगा u plus half a। अगर s2 फाइंड करांगे तो अपने को आएगा u plus 3/2a। अगर S3 फाइंड करांगे तो वो आएगा अपने को u + 5/2a। तो ध्यान नाल देखो ये सारे अपने को किस विच आ रहे ने, AP विच आ रहे ने। तो nth सेकंड दे विच की बनेगी, AP बनेगी। ये क्वेश्चन अपना एग्जाम दे विच आया हुआ है, किस फॉर्म दे विच बनेगी ये nth सेकंड, AP दी फॉर्म च बने। ठीक है जी, इस फॉर्म च AP दी। क्लियर हो गया, डिस्टेंस ट्रैवलिंग nth सेकंड। क्लियर, यस और नो। चलो जी, ਹੁਣ ਆਪਾਂ ਗੱਲ ਕਰਦੇ ਹਾਂ वर्टिकल मोशन। ਇਸ ਦੀ ਗੱਲ ਕਰਾਂਗੇ वर्टिकल मोशन अंडर ग्रेविटी। बिल्कुल सेम है जी वर्टिकल मोशन अंडर ग्रेविटी। जिवें ਆਪਾਂ ਸਿੰਪਲ मोशन ਕੀਤਾ ਸੀਗਾ b = u + at, ਉਦਾਂ ਹੀ वर्टिकल मोशन ਹੁੰਦਾ अंडर ग्रेविटी। ਆਪਾਂ ਕਰਨਾ ਹੈ अपवर्ड ਦਾ वर्टिकल मोशन अंडर ग्रेविटी, वर्टिकली अपवर्ड। ਹੁਣ ਜਦੋਂ ਆਪਾਂ ਅਪਵਰਡ ਜਾਵਾਂਗੇ, ਉੱਤੇ ਨੂੰ ਜਾਵਾਂਗੇ, ਤਾਂ ਉੱਤੇ ਨੂੰ ਜਿਹੜੀ ਗ੍ਰੈਵਿਟੀ ਹੈ ਉਹ ਡਿਕਰੀਜ਼ ਹੋਏਗੀ ਕਿ ਇਨਕਰੀਜ਼ ਹੋਏਗੀ। ਗ੍ਰੈਵਿਟੀ ਹੈ ਉਹ ਅਪਵਰਡ ਜਦੋਂ ਜਾਵਾਂਗੇ ਤਾਂ ਡਿਕਰੀਜ਼ ਹੋਏਗੀ ਜਾਂ ਇਨਕਰੀਜ਼ ਹੋਏਗੀ ਗ੍ਰੈਵਿਟੀ, ਇਨਕਰੀਜ਼ ਔਰ ਡਿਕਰੀਜ਼। ਐਨੀਵਨ ਟੈਲ ਗ੍ਰੈਵਿਟੀ ਕੀ ਹੋਏਗੀ, ਇਨਕਰੀਜ਼ ਹੋਏਗੀ ਜਾਂ ਡਿਕਰੀਜ਼ ਹੋਏਗੀ ਜਦੋਂ ਆਪਾਂ ਉੱਪਰ ਨੂੰ ਜਾਵਾਂਗੇ, ਅਪਵਰਡ ਜਾਵਾਂਗੇ। ਤਾਂ ਜੇ ਗ੍ਰੈਵਿਟੀ ਹੈਗੀ ਆ, ਜਦੋਂ ਜਿਵੇਂ ਜਿਵੇਂ ਆਪਾਂ ਉੱਤੇ ਜਾਂਦੇ ਜਾਵਾਂਗੇ ਤਾਂ ਗ੍ਰੈਵਿਟੀ ਕੀ ਹੁੰਦੀ ਜਾਏਗੀ, ਡਿਕਰੀਜ਼ ਹੁੰਦੀ ਜਾਏਗੀ। ਠੀਕ ਹੈ, ਅਗਰ ਆਪਾਂ ਉੱਤੇ ਤੋਂ ਨੀਚੇ ਵੱਲ ਆਵਾਂਗੇ ਤਾਂ ਗ੍ਰੈਵਿਟੀ ਹੋਏਗੀ ਇਨਕਰੀਜ਼, ਤੇ ਅਗਰ ਆਪਾਂ ਨੀਚੋਂ ਲੈ ਕੇ ਉੱਪਰ ਵੱਲ ਜਾਵਾਂਗੇ ਯਾਨੀ ਕਿ ਅਪਵਰਡ ਜਾਵਾਂਗੇ ਤਾਂ ਗ੍ਰੈਵਿਟੀ ਆਪਣੀ ਧੀਰੇ ਧੀਰੇ ਕੀ ਹੁੰਦੀ ਜਾਏਗੀ, ਡਿਕਰੀਜ਼ ਹੁੰਦੀ ਜਾਏਗੀ। ਕਿਉਂਕਿ ਅਗਰ ਆਪਾਂ ਇੱਕ ਬਾਲ ਨੂੰ ਅਗਰ ਉੱਪਰ ਸਿੱਟਦੇ ਹਾਂ, ਅਗਰ ਆਪਾਂ ਇੱਕ ਬਾਲ ਨੂੰ ਉੱਪਰ ਸਿੱਟਿਆ ਤਾਂ ਹੁਣ ਉੱਪਰ ਜਾਂਦੀ ਜਾਂਦੀ ਬਾਲ ਤਾਂ ਹੌਲੀ ਹੁੰਦੀ ਜਾਏਗੀ, ਹਨਾ। ਬਾਲ ਕੀ ਹੁੰਦੀ ਜਾਏਗੀ, स्पीड वेलोसिटी ਜਿਹੜੀ ਹੈਗੀ ਆ ਉਹ कम ਹੁੰਦੀ ਜਾਏਗੀ।
ਜਦੋਂ ਆਪਾਂ ਉੱਪਰ ਸਿੱਟਾਂਗੇ ਇੱਥੋਂ ਆਪਾਂ ਪੂਰੀ ਤੇਜ਼ ਸਪੀਡ ਨਾਲ ਸਿੱਟਿਆ, ਹੌਲੀ 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 ਜਾ ਕੇ ਸਪੀਡ ਘਟਦੀ ਗਈ ਤੇ ਇੱਕ ਪੁਆਇੰਟ ਆ ਜਾਏਗਾ ਜਿੱਥੇ ਉਹਦੀ ਸਪੀਡ ਬਿਲਕੁਲ ਖਤਮ, ਵੈਲੋਸਿਟੀ ਉਹਦੀ ਖਤਮ ਹੋ ਜਾਏਗੀ, ਜ਼ੀਰੋ ਹੋ ਜਾਏਗੀ, ਤਾਂ ਉੱਥੇ ਉਹ ਰੁਕ ਜਾਏਗੀ। ਫਿਰ ਉੱਥੋਂ ਵਾਪਸ ਆਏਗੀ, ਜਦੋਂ ਵਾਪਸ ਆਏਗੀ ਤਾਂ ਉਹ ਦੁੱਗਣੀ ਸਪੀਡ ਨਾਲ ਵਾਪਸ ਆਏਗੀ, ਹੈ ਨਾ, ਕਿਉਂਕਿ ਉਦੋਂ ਕੀ ਹੋਏਗੀ, ਗ੍ਰੈਵਿਟੀ ਇਨਕਰੀਜ਼ ਹੋ ਜਾਏਗੀ। ਨੀਚੇ ਵੱਲ ਆਉਂਦੀ ਹੋਈ ਜਲਦੀ ਆਏਗੀ, ਉੱਪਰ ਵੱਲ ਜਾਂਦੀ ਹੋਈ, ਠੀਕ ਹੈ ਜੀ, ਤਾਂ ਗ੍ਰੈਵਿਟੀ ਉਹਦੀ ਡਿਕਰੀਜ਼ ਹੋਏਗੀ। ਨੀਚੇ ਵੱਲ ਆਏਗੀ ਤਾਂ ਗ੍ਰੈਵਿਟੀ ਇਨਕਰੀਜ਼ ਹੋਏਗੀ। ਤਾਂ ਉਦਾਂ ਹੀ ਆਪਾਂ ਹੁਣ ਕਰਨਾ ਸਾਰਾ ਕੁਝ। ਤਾਂ ਪਹਿਲਾ ਆਪਣਾ ਫਾਰਮੂਲਾ ਕੀ ਆਏਗਾ, b is equal to u, ਉੱਥੇ ਕੀ ਹੁੰਦਾ u plus half at, ਤਾਂ ਇੱਥੇ ਕੀ ਆਏਗਾ a, ਐਸਲੇਸ਼ਨ ਹੁਣ ਗ੍ਰੈਵਿਟੀ ਚ ਬਦਲ ਗਈ ਤਾਂ ਗ੍ਰੈਵਿਟੀ ਅਪਵਰਡ ਚ ਕੀ ਹੋਏਗੀ, ਡਿਕਰੀਜ਼, ਤਾਂ b is equal to u minus gt। ਉਧਰ ਕੀ ਸੀਗਾ ਆਪਣੇ ਕੋਲ, ਮੈਂ ਸਾਥ ਸਾਥ ਲਿਖਦਾ, b is equal to u plus at, ਠੀਕ ਹੈ ਜੀ, ਐਸਲੇਸ਼ਨ ਹੁਣ ਕੀ ਚ ਚੇਂਜ ਹੋਗੀ, ਮਾਈਨਸ gt। ਦੂਸਰਾ ਆਪਾਂ ਕੀਤਾ ਸੀ s is equal to ut plus half at square, ਤਾਂ ਹਾਫ at square मतलब a की चेंज हो गया माइनस डी, हाफ जी टी स्केयर, एस इज इक्वल टू ut माइनस हाफ जी टी स्केयर। इधर एस अपने को की सीगा ut प्लस हाफ ए टी स्केयर, ठीक है जी। थर्ड तीसरा ਆਪਾਂ ਕੀਤਾ ਸੀ v स्केयर u स्केयर प्लस 2as, ਤਾਂ ਇੱਥੇ ਕੀ ਹੋ ਜਾਏਗਾ v स्केयर u स्केयर माइनस 2gs, एस नहीं रहेगा, इत्थे की हो जाएगा अपने को एच हो जाएगा, सॉरी इत्थे भी एच आएगा, क्योंकि इत्थे जी डिस्प्लेसमेंट है वो चीज बदल गई हाइट च, जो आप अपवर्ड मापांगे तो हाइट च मापांगे ना ऊपर या नीचे, तो की चेंज हो जाएगी, हाइट चेंज होगी। बी स्केयर इज इक्वल टू यू स्केयर माइनस 2gh, तो अपने को इधर की सीगा बी स्केयर यू स्केयर प्लस 2as, देखो एस चेंज हो गया हाइट च एच च, और ए चेंज हो गया माइनस जी च, बी स्केयर इज इक्वल टू यू स्केयर माइनस 2g। ਆਈ ਆਪਣੇ ਕੋਲ ਤਿੰਨ ਸੀਗੇ ਫਾਰਮੂਲੇ। ਇੱਥੇ ਜਿਹੜੀ g ਹੈ ਉਹ ਆਪਣੇ ਕੋਲ ਕੀ ਹੋਏਗੀ, ਗ੍ਰੈਵਿਟੀ, ਔਰ h ਕੀ ਹੋਏਗੀ, ਹਾਈਟ। ਬਸ ਆ ਦੋਨੋਂ ਗੱਲਾਂ ਨਵੀਆਂ ਨੇ, g ਗ੍ਰੈਵਿਟੀ ਹੋਏਗੀ ਔਰ h ਕੀ ਹੋਏਗੀ, ਹਾਈਟ। ਠੀਕ ਹੈ ਜੀ, ਕਲੀਅਰ ਹੈ ਨੀ ਗੱਲ। वर्टिकल मोशन अंडर ग्रेविटी, तो आप ये किया अपवर्ड, डाउनवर्ड सारे प्लस प्लस आ जाएगा, ग्रेविटी की होगी प्लस होगी, बी यू प्लस जी टी, यू टी प्लस हाफ जी टी स्केयर यू स्केयर प्लस 2gh, जो आप वर्टिकल मोशन डाउनवर्ड की गल, ये अपवर्ड की गल, ठीक है जी, क्लीयर। मूव करिए हुण आंदे अपने को मैक्सिमम हाइट ते टाइम ऑफ फ्लाइट। मैक्सिमम हाइट कितनी होएगी जी, वो आप उसे फार्मूले तो निकाल लांगे। देखो हाइट का की फार्मूला सीगा, बी स्केयर इज इक्वल टू यू स्केयर माइनस 2gh, ठीक है जी। ਹੁਣ ਮੈਕਸਿਮਮ ਹਾਈਟ ਕਿਸੇ ਚੀਜ਼ ਦੀ ਕਦੋਂ ਹੋਏਗੀ, ਮੰਨ ਲਓ ਆਪਾਂ ਇੱਕ ਇੱਥੋਂ ਚੀਜ਼ ਸਿੱਟੀ, ਤਾਂ ਉਹ ਮੈਕਸਿਮਮ ਹਾਈਟ ਆਪਾਂ ਨੂੰ ਕਦੋਂ ਬੋਲਾਂਗੇ, ਜਦੋਂ ਜਿੱਥੇ ਜਾ ਕੇ ਉਹ ਚੀਜ਼ ਕੀ ਹੋ ਜਾਏਗੀ, ਸਟਾਪ ਹੋ ਜਾਏਗੀ, ਰੁਕ ਜਾਏਗੀ, मतलब है ना। ਆਪਾਂ ਇੱਥੋਂ ਕੋਈ ਚੀਜ਼ ਸਿੱਟਾਂਗੇ, ਅਗਰ ਉੱਪਰ ਵੱਲ ਨੂੰ ਕੋਈ ਚੀਜ਼ ਸਿੱਟਤੀ ਆਪਾਂ, ठीक है, तो ਆਪਾਂ ਉਹਦੀ ਹਾਈਟ ਮੈਕਸਿਮਮ ਕਦੋਂ ਬੋਲਾਂਗੇ, ਜਦੋਂ ਜਿੱਥੇ ਜਾ ਕੇ ਚੀਜ਼ ਉਹ ਰੁਕ ਗਈ, ਸਟਾਪ ਹੋ ਗਈ। ਅਗਰ ਉਹ ਜਾਂਦੀ ਜਾਊ ਫਿਰ ਤਾਂ ਆਪਾਂ ਮੈਕਸਿਮਮ ਹਾਈਟ ਨਾਪ ਹੀ ਨਹੀਂ ਸਕਦੇ, ਤੇ ਜਿੱਥੇ ਜਾ ਕੇ ਉਹ ਚੀਜ਼ ਰੁਕ ਜੂ ਆਪਾਂ ਕਹਾਂਗੇ ਵੀ ਇਹਦੀ ਮੈਕਸਿਮਮ ਹਾਈਟ ਇੰਨੀ ਹੈ, ਮਤਲਬ ਜਿੱਥੇ ਜਾ ਕੇ ਉਹ ਰੁਕ ਗਈ ਇਹਦਾ ਮਤਲਬ ਉੱਥੇ ਵੈਲੋਸਿਟੀ ਕੀ ਹੋ ਗਈ, ਵੈਲੋਸਿਟੀ ਤਾਂ ਜ਼ੀਰੋ ਹੋ ਗਈ, ਫਾਈਨਲ ਵੈਲੋਸਿਟੀ ਕੀ ਹੋਗੀ, ਫਾਈਨਲ ਵੈਲੋਸਿਟੀ ਉੱਥੇ ਜਾ ਕੇ ਜ਼ੀਰੋ ਹੋ ਗਈ, ਜਿੱਥੇ ਫਾਈਨਲ ਵੈਲੋਸਿਟੀ ਜ਼ੀਰੋ ਹੋ ਗਈ ਉੱਥੇ ਹੀ ਆਪਣੀ ਮੈਕਸਿਮਮ ਹਾਈਟ ਆ ਜਾਏਗੀ। ਤਾਂ ਪੁੱਟ ਕਰ ਦਾਂਗੇ ਫਾਈਨਲ ਵੈਲੋਸਿਟੀ v ਸਕੁਅਰ ਤਾਂ 0 ਇਜ਼ ਇਕੁਅਲ ਟੂ u ਸਕੁਅਰ ਮਾਈਨਸ 2gh, ਇੱਥੋਂ h ਦੀ ਵੈਲਿਊ ਆਪਾਂ ਫਾਈਂਡ ਕਰ ਦਾਂਗੇ, h ਕਿੰਨਾ ਆ ਜਾਏਗਾ ਮਾਈਨਸ u ਸਕੁਅਰ ਅਪੋਨ ਮਾਈਨਸ 2g, ਮਾਈਨਸ ਨਾਲ ਮਾਈਨਸ ਕੈਂਸਲ, u ਸਕੁਅਰ ਅਪੋਨ 2g, ਇਹ ਆ ਗਿਆ ਮੈਕਸਿਮਮ ਹਾਈਟ ਦਾ ਫਾਰਮੂਲਾ। अगर ਆਪਾਂ ਨੂੰ ਕਦੇ ਵੀ ਪੁੱਛੀ ਜਾਵੇ ਕਿ ਹਾਈਟ ਕਿਹੜੀ ਹਾਈਟ, ਮੈਕਸਿਮਮ ਹਾਈਟ, ਤਾਂ ਉਹ ਕੀ ਹੁੰਦੀ ਹੈ u ਸਕੁਅਰ ਅਪੋਨ 2g, ਠੀਕ ਹੈ ਜੀ, u ਸਕੁਅਰ ਅਪੋਨ 2g। ਫਿਰ ਜਦੋਂ ਗੱਲ ਕਿ ਮੈਕਸਿਮਮ ਹਾਈਟ ਕਦੋਂ ਬਣੇਗੀ, ਜਦੋਂ ਆਪਣੇ ਕੋਲ ਫਾਈਨਲ ਵੈਲੋਸਿਟੀ ਜ਼ੀਰੋ ਹੋ ਜੇ, ਉਦੋਂ ਬਣੇਗੀ ਨਾ, ਅਦਰਵਾਈਜ਼ ਤਾਂ ਆਪਾਂ ਹਾਈਟ ਨਾਪ ਹੀ ਨਹੀਂ ਸਕਦੇ। ਅਗਰ ਵੈਲੋਸਿਟੀ ਹੀ ਜ਼ੀਰੋ ਨਾ ਹੋਈ ਤਾਂ ਹੁਣ ਆਪਾਂ ਜਿਹੜੀ ਡਿਸਟੈਂਸ ਮਾਪਦੇ ਆ ਕਿਲੋਮੀਟਰਾਂ ਦੇ ਵਿੱਚ, ਹੁਣ ਆਪਾਂ ਮੰਨ ਲਾ ਇੱਕ ਜਗ੍ਹਾ ਤੋਂ ਚੱਲੇ, ਅਗਰ ਆਪਾਂ ਕਿਸੇ ਜਗ੍ਹਾ ਤੇ ਜਾ ਕੇ ਸਟਾਪ ਹੋਵਾਂਗੇ ਤਾਂ ਹੀ ਆਪਾਂ ਕਹਿ ਸਕਦੇ ਨਾ ਵੀ ਆਪਾਂ ਇੰਨੇ ਕਿਲੋਮੀਟਰ ਚੱਲ ਕੇ ਆ ਗਏ। ਜੇ ਆਪਾਂ ਚੱਲਦੇ ਹੀ ਜਾਵਾਂਗੇ ਫਿਰ ਆਪਾਂ ਕੀ ਕਹਿ ਸਕਦੇ ਹਾਂ, ਫਿਰ ਤਾਂ ਆਪਾਂ ਕੁਛ ਨਹੀਂ ਕਹਿ ਸਕਦੇ ਵੀ ਆਪਾਂ ਕਿੰਨੇ ਕਿਲੋਮੀਟਰ ਚੱਲੇ ਆ, ਰੁਕੇ ਨਾ। ਤੇ ਜਿੱਥੇ ਵੀ ਸਟਾਪ ਕਰਾਂਗੇ ਆਪਣੀ ਫਾਈਨਲ ਵੈਲੋਸਿਟੀ ਜ਼ੀਰੋ ਹੋਏਗੀ, ਉੱਥੇ ਹੀ ਆਪਣੀ ਮੈਕਸਿਮਮ ਹਾਈਟ ਬਣ ਜੇ ਉਸੇ, ਤੇ ਉੱਥੇ ਵੈਲੋਸਿਟੀ ਕੀ ਹੋ ਜਾਏਗੀ ਜ਼ੀਰੋ, ਤੇ ਆਪਾਂ ਜ਼ੀਰੋ ਫਿਲ ਕਰਕੇ ਮੈਕਸਿਮਮ ਹਾਈਟ ਦੀ ਵੈਲਿਊ ਫਾਈਂਡ ਕਰਾਂਗੇ। ਹੁਣ ਟਾਈਮ ਆਫ ਫਲਾਈਟ,
ਤਾਂ ਟਾਈਮ ਆਫ ਫਲਾਈਟ ਵੀ ਆਪਣੇ ਕੋਲ ਦੋ ਪ੍ਰਕਾਰ ਦਾ ਹੋਏਗਾ ਜੀ। ਕਿਹੜੇ ਕਿਹੜੇ ਦਾ? ਇੱਕ ਤਾਂ ਟਾਈਮ ਆਫ ਫਲਾਈਟ ਹੋਏਗਾ ਡਿਸੈਂਟ ਦਾ, ਠੀਕ ਹੈ ਜੀ। ਡਿਸੈਂਟ ਮਤਲਬ ਕੱਲੇ ਆਉਣ ਦਾ, ਡਿਸੈਂਟ ਦਾ ਜਦੋਂ ਬੋਡੀ ਉੱਤੋਂ ਆ ਰਹੀ ਹੈ। ਇੱਕ ਹੋਏਗਾ ਅਸੈਂਟ ਦਾ, ਜਦੋਂ ਬੋਡੀ ਜਾ ਰਹੀ ਹੈ। ਇੱਕ ਤਾਂ ਆਉਣ ਦਾ ਟਾਈਮ, ਇੱਕ ਜਾਣ ਦਾ ਟਾਈਮ, ਆਉਣ ਦਾ ਜਾਣ ਦਾ, ਠੀਕ ਹੈ ਜੀ। ਤਾਂ ਆਉਣ ਦਾ, ਕੱਲੇ ਆਉਣ ਦਾ ਟਾਈਮ ਆਫ ਫਲਾਈਟ ਕਿੰਨਾ ਹੋਏਗਾ? ਟਾਈਮ ਆਫ ਫਲਾਈਟ ਇਹ ਹੋਏਗਾ ਜੀ UYG, ਕੱਲੇ ਆਉਣ ਦਾ। ਤੇ ਜਾਣ ਦਾ ਕੀ ਹੋਏਗਾ ਜੀ? ਇਹ ਵੀ ਸਿੰਪਲੀ UYG। ਬਟ ਆਪਾਂ ਕੀ ਕੱਢਣਾ? ਆਪਾਂ ਕੱਢਣਾ ਟੋਟਲ ਟਾਈਮ ਆਫ ਫਲਾਈਟ। ਤਾਂ ਟੋਟਲ ਟਾਈਮ ਕਿੰਨਾ ਹੋ ਜਾਏਗਾ? ਟੋਟਲ ਟਾਈਮ ਤਾਂ ਉਹੀ ਹੋ ਜਾਏਗਾ ਨਾ, ਆਉਣ ਦਾ ਵੀ ਤੇ ਜਾਣ ਦਾ ਵੀ। ਤਾਂ ਟੋਟਲ ਟਾਈਮ ਆਫ ਫਲਾਈਟ, ਟੋਟਲ ਟਾਈਮ ਆਫ ਫਲਾਈਟ ਕਿੰਨਾ ਹੋ ਜਾਏਗਾ ਜੀ? UYG plus UYG is equal to 2UYG। ਇਹ ਹੋ ਜਾਏਗਾ ਆਪਣੇ ਕੋਲ ਟੋਟਲ ਟਾਈਮ ਆਫ ਫਲਾਈਟ। ਆ ਦੋਨੋਂ ਫਾਰਮੂਲੇ ਚ ਕਨਫਿਊਜ਼ ਨਹੀਂ ਹੋਣਾ। ਮੈਕਸਿਮਮ ਹਾਈਟ ਦਾ ਯੂਜ਼ ਕਰੋ ਅਪॉन 2G और टाइम ऑफ फ्लाइट का 2U अपॉन G। क्लियर? ठीक है जी, डन। अगर इतना क्लियर है तो प्लीज दस दो, फिर आप आगे मूव करते हैं। मोशन ऑफ ए पार्टिकल कनेक्टेड बाय ए स्ट्रिंग। मोशन ऑफ पार्टिकल कनेक्टेड बाय ए स्ट्रिंग। स्ट्रिंग क्या होती है जी? मोशन ऑफ पार्टिकल कनेक्टेड बाय ए स्ट्रिंग। ਆਪਾਂ ਮੋਸ਼ਨ ਦੱਸਣਾ ਕਿਸੇ ਵੀ ਪਾਰਟੀਕਲ ਦਾ, ਇਹਦੀ ਕੀ ਹੁੰਦੀ ਹੈ? ਕਨੈਕਟਰ ਹੁੰਦੀ ਹੈ ਕਿਸੇ ਵੀ ਸਟ੍ਰਿੰਗ ਨਾਲ। ਦੱਸੋ ਜੀ ਕੀ ਹੋਏਗਾ? ਤਾਂ ਦੇਖੋ ਆਪਣੇ ਕੋਲ ਅਗਰ ਕੋਈ ਪੁਲੀ ਹੈ, ਠੀਕ ਹੈ ਜੀ। ਇਸ ਪੁਲੀ ਦੇ ਇੱਕ ਸਾਈਡ ਆਪਣੇ ਕੋਲ ਹੈਗਾ ਮਾਸ M1 और एक साइड हैगा M2। देखो इत्थे मास हैगा अपने कोल M1 और इत्थे मास हैगा अपने कोल M2, ठीक है जी। M2 ठीक है। ਹੁਣ ਇਸ ਤੇ ਵੀ ਗ੍ਰੈਵਿਟੀ ਲੱਗ ਰਹੀ ਹੈ। ਗ੍ਰੈਵਿਟੀ ਤਾਂ ਦੋਨਾਂ ਤੇ ਇੱਕੋ ਜਿਹੀ ਲੱਗੇਗੀ, ਦੋਨਾਂ ਤੇ ਜੀ। ਤਾਂ ਇਹ ਕੀ ਬਣ ਗਿਆ ਹੁਣ? ਮਾਸ ਇਨਟੂ ਗ੍ਰੈਵਿਟੀ, ਇਹ ਬਣ ਗਿਆ weight। weight ਬਣ ਗਿਆ ਨਾ, M1G weight ਬਣ ਗਿਆ और M2G भी weight ਬਣ ਗਿਆ, ਠੀਕ ਹੈ ਜੀ। ਗੱਲ ਸਮਝ ਆਈ? ਹੁਣ ਆਪਣੇ ਕੋਲ ਕੀ ਹੈ? ਜਿਹੜਾ ਮਾਸ ਹੈ M1 ਉਹ ਕੀ ਹੈ? ਗ੍ਰੇਟਰ ਹੈ M2 ਨਾਲੋਂ। ਮਾਸ M1 ਕੀ ਹੈ? ਗ੍ਰੇਟਰ ਹੈ M2 ਨਾਲੋਂ। ਅਗਰ M1 ਗ੍ਰੇਟਰ ਹੈ ਤਾਂ ਇਹ ਪੁਲੀ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਕਿਹੜੀ ਹੋਏਗੀ? ਇਸ ਡਾਇਰੈਕਸ਼ਨ 'ਚ ਹੋਏਗੀ ਪੁਲੀ, ਕਿਉਂਕਿ ਇੱਧਰੋਂ ਆਏ ਜਾ ਰਹੀ ਹੈ। ਮਾਸ ਤਾਂ ਜ਼ਿਆਦਾ ਹੋਏਗਾ, ਉਧਰ ਹੀ ਪੁਲੀ मूव ਕਰੇਗੀ। ਤਾਂ ਇੱਥੇ ਕੀ ਹੋ ਰਹੀ ਹੈ? ਐਕਸਲਰੇਸ਼ਨ ਪ੍ਰੋਡਿਊਸ ਹੋ ਰਹੀ ਹੈ। ਕੀ ਪ੍ਰੋਡਿਊਸ ਹੋ ਰਹੀ ਹੈ? ਐਕਸਲਰੇਸ਼ਨ। और एक ਚ ਲੱਗ ਰਹੀ ਹੈ ਟੈਂਸ਼ਨ। ਕੀ ਹੋਏਗੀ? ਟੈਂਸ਼ਨ। ਆਇਆ ਟੈਂਸ਼ਨ ਇੱਧਰ ਇਸ ਤੇ, ਠੀਕ ਹੈ ਜੀ। ਇੱਕ ਤੇ ਲੱਗ ਰਹੀ ਹੈ ਟੈਂਸ਼ਨ। ਹੁਣ ਆਪਾਂ ਤਿੰਨ ਚੀਜ਼ਾਂ ਕੱਢਣੀਆਂ, ਐਸਲੇਸ਼ਨ, ਟੈਂਸ਼ਨ ਤੇ ਪ੍ਰੈਸ਼ਰ। ਪੁਲੀ ਤੇ ਕਿੰਨੀ ਟੈਂਸ਼ਨ ਲੱਗੇਗੀ, ਪੁਲੀ ਤੇ ਪੁਲੀ ਦੀ ਕਿੰਨੀ ਐਸਲੇਸ਼ਨ ਹੋਏਗੀ ਤੇ ਪੁਲੀ ਤੇ ਕਿੰਨਾ ਪ੍ਰੈਸ਼ਰ ਪਏਗਾ, ਠੀਕ ਹੈ ਜੀ। ਸਾਰਾ ਕੁਝ ਆਪਾਂ ਫਾਈਂਡ ਕਰਨਾ ਤੇ ਜਿਹੜੀ ਮਾਸ ਹੈ ਉਹਦੀ ਐਸਲੇਸ਼ਨ ਕਿੰਨੀ ਹੋਏਗੀ, ਟੈਂਸ਼ਨ ਸਟਰਿੰਗ ਦੇ ਵਿੱਚ ਜਿਹੜੀ ਟੈਂਸ਼ਨ ਕਿੰਨੀ ਹੋਏਗੀ, ਠੀਕ ਹੈ ਜੀ। ਤੇ ਪੁਲੀ ਦੇ ਉੱਪਰ ਕਿੰਨਾ ਪ੍ਰੈਸ਼ਰ ਪਏਗਾ। ਇਹ ਤਿੰਨੋਂ ਚੀਜ਼ਾਂ ਆਪਾਂ ਡਰਾਈਵ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਫਾਈਂਡ ਕਰਦੇ ਹਾਂ ਐਸਲੇਸ਼ਨ। ਐਸਲਰੇਸ਼ਨ ਐਸਲਰੇਸ਼ਨ ਕੀ ਹੁੰਦੀ ਹੈ ਜੀ? ਸਿੱਧਮ ਸਿੱਧੇ ਫਾਰਮੂਲੇ ਆਪਾਂ ਯਾਦ ਕਰਨੇ ਨੇ। A is equal to M1 ਮਾਸ ਵੱਡਾ ਮਾਈਨਸ M2 ਸਮਾਲ ਮਾਸ ਡਿਵਾਈਡ ਬਾਈ M1 ਪਲੱਸ M2। ਉੱਪਰ ਦੋਨਾਂ ਮਾਸਾਂ ਦੀ ਸਬਟ੍ਰੈਕਸ਼ਨ, ਨੀਚੇ ਦੋਨਾਂ ਮਾਸਾਂ ਦਾ ਐਡੀਸ਼ਨ। ਬ੍ਰੈਕਟ ਕਰੋ, ਨਾਲ ਆ ਜਾਏਗੀ G, ਗ੍ਰੈਵਿਟੀ। ਸਿੰਪਲ। ਇਹ ਹੁੰਦੀ ਹੈ ਆਪਣੇ ਕੋਲ ਐਸਲਰੇਸ਼ਨ। ਕਿਸੇ ਵੀ ਸਟ੍ਰਿੰਗ ਦੇ ਵਿੱਚ ਅਗਰ ਐਸਲੇਸ਼ਨ ਫਾਈਂਡ ਕਰਨੀ ਹੋਵੇ, M1 ਮਾਈਨਸ M2 ਡਿਵਾਈਡ ਬਾਈ M1 ਪਲੱਸ M2 ਇਨਟੂ में G। फिर आप फाइंड करनी है दूसरे नंबर पे टेंशन। टेंशन इन द स्ट्रिंग। स्ट्रिंग च कितनी टेंशन ਉਹ ਕੀ ਹੋਏਗੀ ਆਪਣੇ ਕੋਲ? ਉਹ ਹੋਏਗੀ ਟਵਾइस ऑफ M1 पहला मास, M2 दूसरा मास, नीचे दोनों मासा का एडिशन M1 प्लस M2
और नाल की आ जाएगी ग्रेविटी, बिल्कुल सेम M2 M1 M2 M1 प्लस M2। ठीक है जी, ये होएगी टेंशन इन द स्ट्रिंग। फिर प्रेशर हम की ਆਪਾਂ तीसरे नंबर पे फाइंड करना है प्रेशर ऑन पुली। प्रेशर ऑन पुली, पुली पे कितना प्रेशर लगेगा, वो होएगा ट्वाइस ऑफ टेंशन। ट्वाइस ऑफ टेंशन यानी कि टेंशन का ट्वाइस कर देंगे तो वो आ जाएगा अपने को प्रेशर। टेंशन का ट्वाइस मतलब 2 इंटू टेंशन का ट्वाइस की हो गया 2 M1 M2 अपॉन M1 प्लस M2 इंटू जी। ऑल ओवर की बन गया है 4 M1 M2 M1 प्लस M2 इंटू में जी। ठीक है जी, ये होता है अपने को प्रेशर। क्लियर हो गल, ये होता है अपने को प्रेशर। अंडरस्टैंड, सामने गल्लां क्लियर हो गई है। तो एक्सेलरेशन ऑफ मास, टेंशन इन द स्ट्रिंग, प्रेशर और पुल। ठीक है जी, प्रेशर और पुली का और पुली। ठीक है क्लियर। एक अपने को देखिए क्वेश्चन आता है, बात करते हैं वो डील कि ਜਿਹੜੀ ਟੈਨਸ਼ਨ ਹੁੰਦੀ ਹੈ ਨਾ ਆਪਣੇ ਕੋਲ ਉਹ ਕੀ ਹੁੰਦੀ ਹੈ ਹਾਰਮੋਨਿਕ ਮੇਨ ਹੁੰਦੀ ਹੈ ਬਿਟਵੀਨ ਦਾ ਬੀਟਸ। ਕਿ ਟੈਨਸ਼ਨ ਟੈਨਸ਼ਨ ਇਜ਼ ਦਾ ਹਾਰਮੋਨਿਕ mean HM between the states। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਇੱਕ ਵਾਰ ਪੁੱਛਿਆ ਵੀ ਹੋਇਆ ਤਾਂ ਆਪਾਂ ਡਰਾਈਵ ਕਰਾਂਗੇ ਕਿ ਜਿਹੜਾ ਟੈਂਸ਼ਨ ਹੁੰਦੀ ਹੈ ਉਹ ਕਿਵੇਂ ਹੁੰਦੀ ਹੈ। ਟੈਂਸ਼ਨ ਦਾ ਫਾਰਮੂਲਾ ਕੀ ਹੁੰਦਾ T is equal to twice of M1 M2 बटा में M1 प्लस M2 इंटू जी। उल्टा कर दो जी 1/T। 1/T कितना हो गया M1 प्लस M2 डिवाइड बाय में M1 M2 जी। ठीक है जी, नीचे 2 ਸੀਗਾ ਜਿਹੜਾ ਉਹ 2 ਇੱਧਰ ਆ ਜਾਏਗਾ। ਤਾਂ ਇੱਧਰ ਦਾ ਬਣ ਗਿਆ 2/T 2/T। ਇਹਨੂੰ ਅਲੱਗ-ਅਲੱਗ ਕਰ ਦਾਂਗੇ M1 ਅਪੋਨ ਅਲੱਗ ਕਰਾਂਗੇ ਤਾਂ ਇਹਦਾ ਆ ਜਾਏਗਾ M1 M2G प्लस इधर अलग करांगे तो आ जाएगा M1G ट्वाइस 2/T 1/M2G प्लस 1/M1G। हार्मोनिक मीन का भी यही फार्मूला होंगे कि होंगे 2/H 1/A प्लस 1/B। ये होंगे हार्मोनिक मीन। आप प्रूव करता जी टेंशन इज द हार्मोनिक मीन बिटवीन द वेव्स। सारी टेंशन होंगी है वेव्स के विच हार्मोनिक मीन होंगी। क्लियर हो गया क्वेश्चन। ठीक है जी, मूव करिए नेक्स्ट। हम एग्जांपल है अपने को एक ए पार्टिकल इज मूविंग अलोंग ए कोऑर्डिनेट लाइन। कोई पार्टिकल है वो कोऑर्डिनेट लाइन के अकॉर्डिंग मूव कर रहा है। इट्स पोजीशन एट एनी टाइम टी, टाइम कितना दिता हुआ है टी दिता हुआ है, गिवन बाय x इज इक्वल टू टी क्यूब। ਆਪਾਂ ਨੂੰ x ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ x इज इक्वल टू टी क्यूब माइनस 18t प्लस 11 ਆ ਦਿੱਤਾ ਹੋਇਆ ਆਪਾਂ ਨੂੰ ਜੀ। फाइंड इट्स स्पीड वेलोसिटी एंड एक्सेलरेशन। फाइंड इट्स स्पीड वेलोसिटी एंड एक्सेलरेशन। ਆਪਾਂ ਸਾਰਾ ਕੁਝ फाइंड करना है। x की है अपने को डिस्टेंस है ना, ਤਾਂ ਇਹਦਾ ਆਪਾਂ ਇੱਕ ਵਾਰ ਡੈਰੀਵੇਟਿਵ ਕਰ ਦਾਂਗੇ ਜਿਵੇਂ ਕਿ dx अपॉन dt ਐਂ ਕਰਾਂਗੇ ਤਾਂ ਕਿੰਨਾ ਆ ਜਾਏਗਾ 3t माइनस 18t। ठीक है 3t स्क्वायर माइनस 18t। ਤਾਂ ਹੁਣ ਆਪਣੇ ਕੋਲ ਕੀ ਆਏਗਾ ਇਹ ਵੈਲੋਸਿਟੀ ਦੇਖ ਲਓ ਤੇ ਟਾਈਮ ਆਪਾਂ ਨੂੰ ਕਿੰਨਾ ਗਿਵਨ ਹੈ 1 ਸੈਕਿੰਡ। टाइम ਆਪਾਂ ਨੂੰ ਗਿਵਨ है 1 ਤਾਂ ਪੁੱਟ ਕਰ ਦਾਂਗੇ ਜੀ b ਦੀ ਵੈਲਿਊ ਕਿੰਨੀ ਆ ਗਈ 3 into 1 minus 18 into 1 तो ये हो गया -50। अब वेलोसिटी आ गई अपनी। बट स्पीड की होएगी हम स्पीड की तो आपको पता कोई डायरेक्शन नहीं होती, स्पीड की कोई डायरेक्शन नहीं होती। स्पीड आएगी मोड ऑफ -15 यानी कि ओनली 15 बस, कोई प्लस माइनस नहीं आएगा क्योंकि स्पीड की डायरेक्शन नहीं होगी, सिर्फ मैग्नीट्यूड होगा।
ਅਤੇ ਵੈਲੋਸਿਟੀ ਦੀ ਕੀ ਹੁੰਦੀ ਹੈ ਡਾਇਰੈਕਸ਼ਨ ਦੀ ਹੁੰਦੀ ਹੈ। ਤਾਂ ਵੈਲੋਸਿਟੀ ਆਏਗੀ -15, ਸਪੀਡ ਆਏਗੀ 50। ਠੀਕ ਹੈ ਜੀ। ਹੁਣ ਆਪਾਂ ਕੀ ਫਾਈਂਡ ਕਰਨੀ ਹੈ ਐਸਲੇਸ਼ਨ। ਤਾਂ ਐਸਲੇਸ਼ਨ ਕੀ ਕਰ ਸਕਦੇ ਹਾਂ ਆਪਾਂ, ਐਸਲੇਸ਼ਨ ਦੋ ਤਰੀਕੇ ਨਾਲ ਫਾਈਂਡ ਕਰ ਸਕਦੇ ਹਾਂ। ਇੱਕ ਤਾਂ A = dv/dt ਵੀ ਲਿਖ ਸਕਦੇ ਹਾਂ, ਠੀਕ ਹੈ, ਜਾਂ ਫਿਰ ਇਹਨੂੰ ਲਿਖ ਸਕਦੇ ਹਾਂ d²x/dt²। कर दो जी एक बार फिर तो डेरिवेटिव 60 माइनस 18। अब a की वैल्यू 1 पुट कर दो, 6 माइनस 18 फिर कितनी आ गई अपने को एसोलेशन जी सी वो आ गई -12 ठीक है -12 यूनिट आ गई। 15 यूनिट आ गई और -15 यूनिट इदा ही आप फाइंड कर क्लियर। ओ 1 सेकेंड हो गया वो 30 के -18 टी का तो 1 हो गया फिर 30 है ही नहीं। ठीक है फिर 0 6 × 1 ओनली आएगा 6 × 1 6 यूनिट एसोसिएशन आएगी 6 फिर और डेरिवेटिव मिस्टेक होगी 3 के -18 आ सी अकेला 18 क्लियर। तो इदा आप फाइंड कर सकते। क्वेश्चन नंबर 1 to every action there is always an equal opposite reaction this is statement is known as न्यूटन का केड़ा ला है जी दसो जल्दी कि every action is always equal to an opposite reaction anyone know of this। तो पहला ला की कहता है, पहला ला तो यह कहता भी एवरी बॉडी जी होंगी है वो उन्ना टाइम ही मोशन च रहूगी या उन्ना टाइम ही रेस्ट च रहूगी जिन्ना टाइम वो की नहीं लगती एक्सटर्नल फोर्स नहीं अप्लाई होंगी है ना। एक्सटर्नल फोर्स अप्लाई नहीं होंगी। ये तो पहला ला कहता है भी एवरी बॉडी इन मोशन और इन रेस्ट जिन्ना टाइम की होते नहीं लगती अपने को एक्सटर्नल फोर्स नहीं लगती। सैकेंड की कहता अपने को सैकेंड जो न्यूटन ला का मोशन सॉरी थर्ड सैकेंड फर्स्ट सैकेंड सैकेंड आपको की कहता है सैकेंड कहता भी ਜਿਹੜਾ ਆਪਣੇ ਕੋਲੇ ਚੇਂਜ ਆਫ ਮੋਮੈਂਟਮ ਹੁੰਦਾ ਹੈ ਚੇਂਜ ਆਫ ਮੋਮੈਂਟਮ ਉਹ ਕੀ ਹੁੰਦਾ F = ਮਾਸ ਇਨਟੂ ਐਸਲੇਸ਼ਨ। ਇਹ ਕਹਿੰਦਾ ਆਪਣੇ ਕੋਲੇ ਸੈਕੰਡ ਲਾ ਚੇਂਜ ਆਫ ਮੋਮੈਂਟਮ ਕੀ ਹੁੰਦਾ ਹੈ ਮਾਸ ਇਨਟੂ ਐਸਲੇਸ਼ਨ। और थर्ड ला की कहता थर्ड ला कहता एवरी एक्शन टू एवरी एक्शन देयर इज ऑलवेज एन इक्वल अपोजिट रिएक्शन। ਇਹਦਾ आंसर की आएगा ऑप्शन नंबर बी न्यूटन थर्ड ला। थर्ड ला कहता जी बी एवरी एक्शन इज ऑलवेज इक्वल एन अपोजिट रिएक्शन। क्लियर हो गया क्वेश्चन नंबर 1। मूव करते हैं क्वेश्चन नंबर 2 पे। A particle start with a velocity of 100 centimeter per second। velocity कितनी है जी किसी भी पार्टिकल की वो है 100 centimeter per second and moves with a uniform retardation। retardation मतलब acceleration ही है but retardation मतलब negative of acceleration -2 centimeter second square। its velocity will be zero after। velocity कदों zero होएगी its velocity will be zero after। इनिशियल वेलोसिटी अपन दे रखी है स्टार्ट कर दे यू यू है यू अपन दे रखा 100 सेंटीमीटर पर सेकंड एक्सेलरेशन दे रखा -2 सेंटीमीटर पर सेकंड स्क्वायर। तो उन्हें पूछा बी जीरो कदों होएगी तो केड़ा लगा देंगे तो बी = यू प्लस 80। तो बी जीरो कदों होएगी 0 यू की वैल्यू 100 ए की वैल्यू -2 टी टी फाइंड करना है अपन तो -2t = -100 तेरी वैल्यू कितनी आ गई 50 सेकंड्स। 50 सेकंड बाद जी वेलोसिटी है वो अपने को की हो जाएगी जीरो हो जाएगी ऑप्शन नंबर बी 50 सेकंड। क्लियर क्वेश्चन नंबर 2। क्वेश्चन नंबर 3
द डिस्प्लेसमेंट of a particle undergoing the equilibrium motion along the x-axis is given by x ਆਪਾਂ ਨੂੰ given है ਕੀ given है 2t³ minus 21t square plus 60t plus 8 the acceleration of the particle when its velocity is 0 acceleration ਦੱਸਣੀ ਹੈ ਜਦੋਂ velocity ਕੀ ਹੋਏਗੀ 0 ਹੋਏਗੀ ਤਾਂ ਸਭ ਤੋਂ ਪਹਿਲਾਂ velocity फाइंड कर लो velocity ਕੀ आएगी dx upon dt की होगी 60 स्क्वायर माइनस 42t प्लस 60 ठीक है जी अब वेलोसिटी ਨੂੰ ਕੀ ਆਪਾਂ ਰੱਖਣਾ 0 ਰੱਖਣਾ वेलोसिटी ਨੂੰ 0 ਰੱਖਾਂਗੇ t ਦੀ ਵੈਲਿਊ ਫਾਈਂਡ ਕਰ ਲਾਂਗੇ ਟਾਈਮ ਦੀ ਤਾਂ 6 ਨਾਲ ਡਿਵਾਈਡ ਕਰ ਦੋ t ਸਕੁਅਰ ਮਾਈਨਸ 70 ਪਲਸ 10 ਇਕੁਅਲ ਟੂ g ਤਾਂ t ਆਪਣੇ ਕੋਲ ਕੀ ਆ ਗਿਆ ਇੱਥੋਂ ਵੈਲਿਊ -5 -2 टू जी ठीक है जी तो टाइम दियाँ दो वैल्यू आ गई एक तो 5 सेकेंड 2 सेकेंड हम देखो अगर वेलोसिटी 0 हो रही है तो पहला 2 सेकेंड की 0 हो जाएगी आप 5 सेकेंड क्यों लिए क्योंकि वेलोसिटी पहला अगर 2 सेकेंड की 0 होगी तो 5 सेकेंड तो आपको लैन की लोड़ ही नहीं होगी तो इतना ਇਹਦਾ मतलब t की वैल्यू कितनी आ गई 2 सेकेंड तो हम आप की फाइंड करना है एक्सीलरेशन वो की होगी dv अपॉन dt कर दो जी को फिर तो डेरिवेटिव 12t माइनस 42 तेरी वैल्यू कितनी पुट कर देंगे आप 2 तो कितना हो गया 24 माइनस 42 ये आ गया अपने को -18 मीटर पर सेकंड स्क्वायर ऑप्शन नंबर डी ये अपने को एक्सीलरेशन की रिटार्डेशन एक ही बन जाएगी रिटार्डेशन बन जाएगी एक्सीलरेशन है वो डिक्रीज होती है चलिए क्वेश्चन नंबर 3 Question number 4. If a particle moves with uniform acceleration, the distance traversed by it in consecutive seconds are in AP, GP, HP, time. ऑप्शन आप क्वेश्चन किया होया जी ਜਿਹੜਾ ਆਪਣੇ ਕੋਲ nth ਸੈਕਿੰਡ ਹੁੰਦਾ ਉਹ ਕਾਦੇ ਚ ਹੁੰਦਾ sn is equal to ਕੀ ਸੀਗਾ sn ਆਪਣੇ ਕੋਲ sn u plus half 2n minus 1 into a ਤਾਂ ਇਹ ਕਾਦੇ ਚ ਹੁੰਦਾ ਤਾਂ ਕੀਤਾ ਸੀਗਾ ਇਹਨੂੰ ਰਾਈਟ ਸਾਈਡ ਹੁੰਦਾ ਆਪਣੇ ਕੋਲ AP ਇੰਪੋਰਟੈਂਟ ਕੁਐਸਚਨ ਹੈ ਇਹ ਆਪਸ਼ਨ ਰਾਈਟ AP ਚ ਹੁੰਦਾ ਆਪਣੇ ਕੋਲ distance traveling at nth second कागज होएगा a pitch होएगा क्वेश्चन नंबर 5 a bullet fired into a target lost half its velocity after penetrating 1/4 meter देखो तो यह मान लो टारगेट है ठीक है जी आपका टारगेट है इतों ਆਪਾਂ ਪਿਸਤੌਲ ਦੇ ਵਿੱਚੋਂ ਬੁਲਟ ਛੱਡੀ A bullet fired into a target lost half its velocity after penetrating ਤਾਂ ਇਹ ਹਾਫ ਅੰਦਰ ਚਲ ਗਿਆ ਇੰਨਾ ਅੰਦਰ ਚਲ ਗਿਆ ਤਾਂ ਇਹ ਕੀ ਕਰ ਗਿਆ ਆਪਣੀ velocity ਕਿਹੜੀ ਸੀਗੀ ਉਹ 1/4 मीटर penetrate कर गया मतलब डिक्रीज कर गया ठीक है जी हाउ मच फर्दर इट विल penetrate ਤਾਂ ਕਹਿੰਦਾ ਉਦੋਂ ਬਾਅਦ ਉਹ ਕਿੰਨੀ ਦੂਰ ਹੋਰ penetrate ਹੋਏਗਾ ਕਿੰਨੀ ਦੂਰ ਹੋਰ ਜਾ ਸਕਦਾ ਹੈ जिस टारगेट चो बजेगा वो 1/4 मीटर आपकी जी वेलोसिटी सी लॉस हाफ इट्स वेलोसिटी ठीक है जी और वेलोसिटी कितनी रह गई हाफ रह गई कदों जो पेनीट्रेट कर गया 1/4 मीटर ठीक है जी ਇਹਦਾ मतलब वेलोसिटी शुरू च वेलोसिटी इनिशियल वेलोसिटी ਇਹਦੀ ਕਿੰਨੀ ਸੀਗੀ जो ਚੱਲਿਆ ਉਹ ਤਾਂ ਇਨੀਸ਼ੀਅਲ वेलोसिटी ਉਹਦੀ ਸੀਗੀ 0 ਜਦੋਂ ਉਹਨੇ ਸਟਾਰਟ ਕੀਤੀ ਕਿਸੇ ਵੀ ਵੋਲਟ ਨੇ ਅਗਰ ਸਟਾਰਟ ਕੀਤਾ ਗੋਲੀ ਅਗਰ ਬੰਦੂਕ ਦੇ ਵਿੱਚੋਂ ਵੋਲਟ ਨਿਕਲੀ ਤਾਂ ਉਹਦੀ ਵੈਲੋਸਿਟੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਸੀਗੀ u ਠੀਕ ਹੈ ਜੀ ਤਾਂ ਜਦੋਂ ਉਹਨੇ ਪੈਨੇਟ੍ਰੇਟ ਕਰ ਲਿਆ ਠੀਕ ਹੈ ਜੀ ਤਾਂ ਵੈਲੋਸਿਟੀ ਕਿੰਨੀ ਰਹਿ ਗਈ u/2 ਵੈਲੋਸਿਟੀ after penetrating 1/4 मीटर ਉਹਦੀ ਵੈਲੋਸਿਟੀ ਕਿੰਨੀ ਰਹਿ ਗਈ u/2 ਹੈ
ठीक है, तो ਇਹਦਾ ਮਤਲਬ ਜਿਹੜੀ u/2 ਹੈ ਇਹ ਕੀ ਬਣ ਗਈ ਫਾਈਨਲ ਵੈਲੋਸਿਟੀ, ਯਾਨੀ ਕਿ v = u/2। ਇਨੀਸ਼ੀਅਲ ਵੈਲੋਸਿਟੀ ਉਹ ਜੋ ਨਾਲ ਚੱਲਿਆ, ਫਾਈਨਲ ਵੈਲੋਸਿਟੀ ਉਹਦੀ ਕਿੰਨੀ ਹੋਗੀ u/2 ਹੋਗੀ, ਯਾਨੀ ਕਿ ਉਹਦੀ ਵੈਲੋਸਿਟੀ ਆਪਦੀ ਲੋਸ ਕਰਤੀ, ਹਾਫ ਰਹਿ ਗਈ, ਤਾਂ ਉਹ ਕੀ ਬਣ ਗਈ ਫਾਈਨਲ ਵੈਲੋਸਿਟੀ। ਤਾਂ ਆਪਾਂ ਇੱਥੇ ਕਿਹੜਾ ਫਾਰਮੂਲਾ ਲਗਾ ਦਾਂਗੇ, ਆਪਣੇ ਕੋਲ ਫਾਈਨਲ ਵੈਲੋਸਿਟੀ ਵੀ ਹੈ, ਇਨੀਸ਼ੀਅਲ ਵੈਲੋਸਿਟੀ ਵੀ ਹੈ, ਤਾਂ ਲਗਾ ਦਾਂਗੇ ਜੀ ਇੱਥੇ v² = u², v² = u² plus 2as। ठीक है जी, बट एक्सेलरेशन तो अपने को डिक्रीज हो रही है। देखो अगर ਇਹਦੇ ਵਿੱਚ ਬੱਚਾ ਅਗਰ ਵੈਲੋਸਿਟੀ ਹੀ ਉਹ ਲੋਸ ਕਰ ਗਿਆ ਤਾਂ ਐਸਲੇਸ਼ਨ ਤਾਂ ਆਪਣੇ ਆਪ ਡਿਕਰੀਜ਼ ਹੋਗੀ, ਤਾਂ ਇਹਦਾ ਮਤਲਬ ਐਸਲੇਸ਼ਨ ਨਹੀਂ ਰਹੇਗੀ, ਉਹ ਕੀ ਬਣ ਜਾਏਗੀ ਰਿਟਾਰਡੇਸ਼ਨ ਬਣ ਜਾਏਗੀ, ਯਾਨੀ ਕਿ a ਦੀ ਜਗ੍ਹਾ ਆਪਣੇ ਕੋਲ ਕੀ ਆ ਜਾਏਗਾ ਨੈਗੇਟਿਵ ਆਫ ਇਹ ਤੇ ਬਣ ਜਾਏਗਾ u² - 2as। ठीक है जी, क्योंकि एक्सलेट नहीं हो रही, की हो रही है रिटार्डेशन हो रही है, फिर वो टारगेट च बजी, वेलोसिटी ਉਹਦੀ हाफ होगी, वेलोसिटी घटन ਦੇ ਨਾਲ एक्सलेशन भी की होगी डिक्रीज होगी, अगर एक्सलेशन डिक्रीज होगी ਤਾਂ ਉਹਦੀ ਕੀ ਹੋਗੀ रिटार्डेशन। ठीक है जी, ਤਾਂ ਹੁਣ ਆਪਣੇ ਕੋਲ ਜੋ ਹੈ ਪੁੱਟ ਕਰ ਦਾਂਗੇ v² ਦੀ ਵੈਲਿਊ ਕਿੰਨੀ ਹੈ ਆਪਣੇ ਕੋਲ u/2 ਦਾ ਸਕੁਅਰ = u² - 2as। s मतलब डिस्प्लेसमेंट कितनी डिस्प्लेस होया सी, पेनिट्रेट होया 1/4 मीटर, तो 1/4। ठीक है जी, सारा कुछ आप पुट करता, इतों अपने को की आ गया u² / 4 - u² - a/2। ठीक है जी, इतना रह गया अपने को, इतों आप वैल्यू फाइंड कर लेंगे कि a की, कितना आ गया u² - 4u² upon 4 is equal to -a/2। तो ये आ गया -3u² upon 2 equal to -a/2। तो 2 ਨਾਲ 2 कैंसिल, माइनस कैंसिल, a ਦੀ ਆਪਣੇ ਕੋਲ ਜਿਹੜੀ ਵੈਲਿਊ ਸੀਗੀ ਉਹ ਕਿੰਨੀ ਆ ਗਈ 3u² upon 2। अपने को रिटार्डेशन या एसलेशन आ गई। ठीक है जी, एसलेशन अपने को नहीं आ गल क्लीयर। ਹੁਣ ਉਹ ਕਹਿੰਦਾ ਵੀ ਉਹਨੇ ਪੈਨਟ੍ਰੇਟ ਕਰ ਲਈ, ਠੀਕ ਹੈ, ਇੱਥੋਂ ਤੱਕ ਕੰਮ ਨਿਬੜ ਗਿਆ, ਇੱਥੋਂ ਤੱਕ ਉਹਦੀ ਗੱਲ ਆਪਣੀ ਨਿਬੜ ਗਈ। ਹੁਣ ਕਹਿੰਦਾ ਅੱਗੇ ਕਿੰਨੀ ਪੈਨਟ੍ਰੇਟ ਕਰੇਗੀ, ਅੱਗੇ ਕਿੰਨੀ ਪੈਨਟ੍ਰੇਟ ਕਰੇਗੀ ਉਹੀ ਕੱਢਣਾ ਆਪਾਂ, मतलब डिस्टेंस कटनी है कितनी पेनिट्रेट करेगी, दोबारा फॉर्मूला अप्लाई कर दो v² = u² -2as अब v²। ਹੁਣ ਆਪਣੇ ਕੋਲ ਜਿਹੜੀ ਸੀਗੀ ਫਾਈਨਲ ਵੈਲੋਸਿਟੀ ਉਹ ਤਾਂ 0 ਹੋ ਚੁੱਕੀ ਹੈ, ਕਿਉਂਕਿ ਇੱਥੇ ਇੱਕ ਵਾਰ ਰੁਕ ਗਈ, ਫਾਈਨਲ ਵੈਲੋਸਿਟੀ 0। ਇਨੀਸ਼ੀਅਲ ਵੈਲੋਸਿਟੀ ਹੁਣ ਇੱਥੇ ਵੈਲੋਸਿਟੀ ਕਿੰਨੀ ਰਹੇਗੀ u/2 ਹਾਫ, ਤਾਂ u/2 ਨਾਲ ਅੱਗੇ ਵਧੂਗਾ, ਇਨੀਸ਼ੀਅਲ ਵੈਲੋਸਿਟੀ ਕਿੰਨੀ ਹੋਗੀ u/2 ਦਾ ਸਕੁਅਰ -2a ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 3u² upon 2 into s। ठीक है जी, ਤਾਂ ਇੱਥੋਂ ਆਪਣੇ ਕੋਲ ਕੀ ਆ ਗਿਆ s equal to ਇਹ ਆ ਜਾਏਗਾ -u² upon 4, ਤੇ ਡਿਵਾਈਡ ਹੋ 2 ਨਾਲ 2 ਕੱਟਿਆ ਗਿਆ ਤਾਂ ਡਿਵਾਈਡ ਹੋ ਜਾਏਗਾ 3u² ਨਾਲ, u² ਨਾਲ u² ਵੀ ਕੱਟਿਆ ਗਿਆ, s equal to कितना आ गया अपने को -1 upon 12, माइनस ਨਾਲ माइनस भी कटा जाएगा, माइनस ਨਾਲ माइनस कटा, s की वैल्यू कितनी आ गई 1 upon 12 मीटर, यानी कि कितना पेनिट्रेट करेगा 1/12 मीटर, ऑप्शन नंबर सी। ये जी थोड़ा जा क्वेश्चन लेंथी है बट इंपॉर्टेंट है, तो अपने एज इट इज सिंपल जा काम सीगा v² u² - 2as फॉर्मूला लगाया ਆਪਾਂ ਨੂੰ फाइनल वेलोसिटी गिवन सी, इनिशियल वेलोसिटी गिवन सी, डिस्प्लेसमेंट ਉੱਥੋਂ ਆਪਾਂ a ਦੀ ਵੈਲਿਊ ਫਾਈਂਡ ਕੀਤੀ, ਫਿਰ ਆਪਣੇ ਕੋਲ ਜਿਹੜੀ ਫਾਈਨਲ ਵੈਲੋਸਿਟੀ ਹੈ ਉਹ ਤਾਂ ਉਹ ਬਣ ਗਈ 0, ਇਨੀਸ਼ੀਅਲ ਵੈਲੋਸਿਟੀ ਹੋ ਗਈ u/2, ਸਾਰਾ ਕੁਝ ਪੁੱਟ ਕਰਤਾ, s ਦੀ ਵੈਲਿਊ ਕੱਢ ਲਈ, ਉਹ ਆ ਗਈ 1/12 मीटर। क्लियर, ऑप्शन नंबर सी। क्वेश्चन नंबर 6, a body is projected upward with the velocity of 98 meter per second। बॉडी अपवर्ड सिੱਟੀ है जी, एक velocity कितनी है जी 98 meter per second। The second body B is projected upward with the same initial velocity। second body ਦੀ ਵੀ ਜਿਹੜੀ velocity ਹੈ ਉਹ same ਹੈ 98 meter per second है। ठीक है जी, but after
4 ਸੈਕਿੰਡ, ਉਹ ਟਾਈਮ ਉਹਦਾ ਲੇਟ ਹੈ, ਇਹਦਾ ਟਾਈਮ ਅਗਰ t ਹੈ ਤਾਂ ਉਹਦਾ ਟਾਈਮ ਕੀ ਹੈ t -4, ਫਿਰ t -4, ਉਹ 4 ਮਿੰਟ ਲੇਟ ਹੈ। both the body will meet after, ਇਹ ਦੋਨੋਂ ਬੋਡੀਆਂ ਕਦੋਂ ਮੀਟ ਕਰਨਗੀਆਂ? ਲਗਾ ਲਓ ਜੀ ਫਾਰਮੂਲਾ, ਕਿਹੜਾ ਫਾਰਮੂਲਾ ਲਗਾਵਾਂਗੇ? b is equal to u plus at, b is equal to u plus at, है ना, ये लगावांगे। अब b velocity 0, ये कितनी होगी? इनिशियल वेलोसिटी 98 प्लस a, ये कितना हो गया 3, ਤੇ दूसरे की कितनी हो जाएगी अपने को 98 प्लस a t -4, ये कितना हो गया अपने को t -4। हम आप दसना है करों मीट करनी है, दोनों बॉडीज करों मीट कर, दोनों वेलोसिटी ਨੂੰ ਆਪਾਂ ਇਕੁਅਲ ਰੱਖ ਦਾਂਗੇ, है ना, दोनों वेलोसिटी इक्वल रख दांगे तो ये आ गया 98 प्लस 80 is equal to 98 plus at -4, 98 now 98 cancel, 80 is equal to 80 minus a4, a body projected upward with the velocity of 98 meter per second. Time of flight वाला नहीं लगना है पीछे, time of flight t is equal to 2u by g, t is equal to 2u by u की वैल्यू आ गई gt अपॉन 2, दूसरे का gt -4, 2 होना 2g है, इतने गड़बड़ हो गई क्वेश्चन which both the body will meet after a body is projected upward with the velocity of 98 meters per second. The second body is projected upward with the same initial velocity, but after 4 seconds, both the bodies will 6 seconds, 8 seconds, 10 seconds, 12 seconds. वेट करो, चेक कर दो स्टेटमेंट को लग रही है शायद। देखो अपने को क्वेश्चन नेक्स्ट, an object is projected upward with a velocity of 100 meters per second. It will strike the ground after. ग्राउंड ਤੇ ਕਦੋਂ ਸਟ੍ਰਾਈਕ ਕਰੇਗਾ ਤਾਂ ਟਾਈਮ ਕੱਢਣਾ ਜੀ ਆਪਾਂ, ਟਾਈਮ ਕੀ ਹੁੰਦਾ ਆਪਣੇ ਕੋਲ 2u upon g, ਠੀਕ ਹੈ ਜੀ। ਟਾਈਮ ਉਹਨਾਂ ਨੇ ਪੁੱਛਿਆ ਸਿਰਫ ਸਟ੍ਰਾਈਕ ਦਾ ਗਰਾਊਂਡ ਆਫਟਰ, ਇਹ ਇੱਕ ਟਾਈਮ ਹੀ ਕਰਨਾ ਆਪਾਂ, ਟੋਟਲ ਟਾਈਮ ਨਹੀਂ ਕਰਨਾ, ਸਿਰਫ ਗਰਾਊਂਡ ਤੇ ਸਟ੍ਰਾਈਕ ਕਰਨਾ ਤਾਂ ਉਹ ਆਏਗਾ ਸਿੰਪਲੀ 2u upon g, है ना। an object is projected upward with velocity of sin it will, अच्छा पहला जान ਦਾ ਵੀ ਕਿੰਨਾ ਹਰਾਮ ਹੈ ਕਿੰਨਾ, ਪਹਿਲਾਂ ਜਾਣ ਦਾ ਟਾਈਮ ਲੱਗੇਗਾ ਫਿਰ ਆਉਣ ਦਾ ਵੀ, ਗਰਾਊਂਡ ਤੇ ਅੱਛਾ ਉੱਪਰ ਪਹੁੰਚਣ ਦਾ ਨਹੀਂ ਕੱਟਣਾ, ਗਰਾਊਂਡ ਤੇ ਕਿੰਨਾ ਟੱਚ ਹੋਏਗਾ ਤਾਂ ਟੋਟਲ ਟਾਈਮ ਕੱਟਣਾ 2u upon g, 2 ਜੋ ਕਿੰਨਾ velocity ਕਿੰਨੀ
100 इनिशियल वेलोसिटी 100 जी अपने को कितनी होंगी है 9.8 अगर आ गया 200 9.8 अप्रोक्सीमेट 10 ले लिया ਆਪਾਂ ਤਾਂ 0 ਦਾ 0 ਇਹ ਆ ਗਿਆ 20 ਸੈਕਿੰਡ अप्रोक्सीमेट करना सी उन्होंने अप्रोक्सीमेट बनाया तो आंसर आ गया बी 20 सेकंड लगे टोटल टाइम ऑफ फ्लाइट क्वेश्चन नंबर 8 two stone of different mass are dropped simultaneously from the top of building ਦੋ ਸਟੋਨ ਸਿੱਟੇ ਗਏ ਨੇ ਜੀ ਉਹਨਾਂ ਦਾ ਮਾਸ ਜਿਹੜਾ ਹੈਗਾ ਉਹ ਡਿਫਰੈਂਟ ਹੈ ਦੋਨਾਂ ਦਾ ਦੋਨੋਂ ਜਿਹੜੇ ਆਪਣੇ ਕੋਲ ਸਟੋਨ ਦੇ ਮਾਸ ਉਹਨਾਂ ਦਾ ਡਿਫਰੈਂਟ ਹੈ ਤਾਂ ਦੱਸੋ ਉਹ ਕੀ ਕਰਨਗੇ ਸਮਾਲਰ ਸਟੋਨ ਹਿੱਟ ਦਾ ਗਰਾਊਂਡ ਏਰੀਆ ਜਿਹੜਾ ਛੋਟਾ ਸਟੋਨ ਹੋਏਗਾ ਉਹ ਜਲਦੀ ਆਏਗਾ ਹਿੱਟ ਕਰੇਗਾ ਜਾਂ ਫਿਰ ਲਾਰਜਰ ਸਟੋਨ ਹਿੱਟ ਦਾ ਗਰਾਊਂਡ ਏਰੀਆ ਜਾਂ ਫਿਰ ਬੋਥ ਸਟੋਨ ਰੀਚ ਦਾ ਗਰਾਊਂਡ ਸਿਮਿਲੈਂਸਲੀ ਜਾਂ ਫਿਰ ਵਿਚ ਆਫ ਦਾ ਸਟੋਨ ਰੀਚ ਦਾ ਗਰਾਊਂਡ ਏਰੀਆ ਡਿਪੈਂਡ ਔਨ ਦਾ ਕੰਪੋਜੀਸ਼ਨ ਆਫ ਦਾ ਸਟੋਨ ए बी सी डी ਤਿੰਨਾਂ ਦੇ ਚਾਰਾਂ ਦੇ ਵਿੱਚੋਂ ਕਿਹੜੀ ਆਪਸ਼ਨ ਰਾਈਟ ਹੋਏਗੀ ਜੀ ਜਲਦੀ ਦੱਸੋ ऑप्शन नंबर ਜਿਹੜੀ ਇੱਥੇ ਆਪਣੇ ਕੋਲ ਰਾਈਟ ਹੋਏਗੀ ਸੀ ਬੋਥ ਸਟੋਨ ਰੀਚ ਦਾ ਗਰਾਊਂਡ ਸਿਮਿਲੈਂਸਲੀ ਕਿਉਂਕਿ ਆਪਣੇ ਕੋਲ ਮਾਸ ਦਾ ਕੋਈ ਵੀ ਜਿਹੜਾ ਇਫੈਕਟ ਹੈਗਾ ਨਹੀਂ ਪੈਂਦਾ ਇਫੈਕਟ ਨਹੀਂ ਪੈਂਦਾ ਇਫੈਕਟ ਕਿਹਦਾ ਪੈਂਦਾ ਹਾਈਟ ਦਾ ਤੇ ਗ੍ਰੈਵਿਟੀ ਦਾ ਮਾਸ ਆਫ ਬੋਡੀ ਮਾਸ ਦਾ ਕੋਈ ਵੀ ਆਪਣੇ ਕੋਲ ਇਫੈਕਟ ਨਹੀਂ ਪੈਂਦਾ ਤਾਂ ਕਰਕੇ ਬੋਥ ਸਟੋਨ ਕੀ ਹੋਣਗੇ ਰੀਚ ਕਰਦੇ ਗਰਾਊਂਡ ਸਿਮਿਲੈਂਸਲੀ ਇਹ ਨਹੀਂ ਹੈਗਾ ਕਿ ਛੋਟਾ ਸਟੋਨ ਪਹਿਲਾਂ ਆਏਗਾ ਜਾਂ ਵੱਡਾ ਸਟੋਨ ਪਹਿਲਾਂ ਆਏਗਾ ਬੋਥ ਸਟੋਨ ਰੀਚ ਦਾ ਗਰਾਊਂਡ ਸਿਮਿਲੈਂਸਲੀ ਕਿਉਂਕਿ ਆਪਣੀ ਜਿਹੜੀ ਪਾਰਟੀਕਲ ਹੋਏਗਾ ਬੋਡੀ ਹੋਏਗੀ ਉਹ ਮਾਸ ਦਾ ਇਫੈਕਟ ਨਹੀਂ ਪਏਗਾ ਉਸ ਤੇ ਠੀਕ ਹੈ ਜੀ ਹਾਈਟ ਤੇ ਗ੍ਰੈਵਿਟੀ ਦਾ ਇਫੈਕਟ ਪੈਂਦਾ ਓਨਲੀ ਮਾਸ ਦਾ ਕੋਈ ਵੀ ਇਫੈਕਟ ਨਹੀਂ ਹੁੰਦਾ ਤਾਂ ਆਪਸ਼ਨ ਨੰਬਰ ਸੀ Question number 9. A body start to fall freely under gravity. The distance covered by it in first second and third second are in ratio. ठीक है जी ਤਾਂ ਉਹੀ SN ਵਾਲਾ ਫਾਰਮੂਲਾ SN ਦਾ ਫਾਰਮੂਲਾ ਕੀ ਸੀ U plus half 2n minus 1 into A S1 ਕੱਢ ਲਾਂਗੇ ਪਹਿਲਾਂ ਆਪਾਂ distance covered in first second ਤਾਂ ਕੀ ਆ ਜਾਏਗਾ U plus half 2 1 by 2 यही आ जाएगा सिंपली S2 कितना आ जाएगा 2 plus 3 by 2 U plus 3 by 2 है S3 कितना आ जाएगा U plus 5 by 2 A ठीक है जी अब हम इनका रेशो कटनी है S1 रेशो S2 रेशो S3 U plus 1 by 2 A U plus 1 by 2 3 by 2 A equal to that U plus 5 by 2 तो U now कैंसिल U सारे जो U कैंसिल हो गया A कैंसिल होगी सारे जो 2 कैंसिल हो गया सारे जो रेशो आ गई 1 रेशो 3 रेशो 5 ऑप्शन नंबर 1 3 5 इस रेशो के ਵਿੱਚ ਹੋਣਗੇ A body start to fall freely under gravity the distance covered by it in first second and third second are in ratio ਕਿਹੜੀ ਰੇਸ਼ੋ ਚ ਹੋਣਗੇ ਉਹ 1 3 5 ਵਿੱਚ फोर्थ में क्वेश्चन है क्वेश्चन नंबर 10 A stone fall from a balloon that is descending at a uniform rate of 12 meters per second. The displacement of the stone from the point of release after 10 seconds. ਆਪਾਂ displacement करनी है stone ਦੀ ठीक है जी टाइम ਆਪਾਂ ਨੂੰ given है 10 सेकंड ठीक है जी ਤੇ ਆਪਾਂ ਨੂੰ ਜਿਹੜੀ velocity ਹੈ ਜੋ ਉਹ ਕਿੰਨਾ given है 12 मीटर पर सेकंड लगा देंगे S वाला फॉर्मूला की होगा यूटी प्लस हाफ GT is to fall from below that is descending it is U कितना 12 T10 माइनस आएगा माइनस हाफ ग्रेविटी 11 अप्रोक्सीमेट 30 के यानी कि 100 अगला हो गया 120 500 plus
based on fall from blue पर fall है डाउनवर्ड है based on डाउनवर्ड ये डाउनवर्ड से प्लस है यूटी प्लस फॉर्म here you 120 minus half of 50 divided by 4 into 100 300 500 now 620 okay which is 620 added number 620 meter yeah 620 क्लास जो है ਇਹ ਜੀ ਆਪਣੀ ਇੰਨੀ ਕਲਾਸ ਸੀ ਥੋੜੇ ਜਿਹਾ ਆਪਾਂ ਕਨਸੈਪਟ ਕੀਤੇ ਤੇ ਐਮਕੈਨਿਕਸ ਕੀਤੇ ਜ਼ਿਆਦਾ ਐਮਸੀਕਿਊ ਬਣਦੇ ਨਹੀਂ ਹੈਗੇ ਇਹਨਾਂ ਦੇ ਕਿਉਂਕਿ ਇਹ ਬੀਐਸਸੀ ਦਾ ਟੌਪਿਕ ਹੈ ਤਾਂ ਜ਼ਿਆਦਾ ਮਤਲਬ ਇਹਦੇ ਵਿੱਚ ਜਿਹੜਾ ਆਪਣਾ ਐਗਜ਼ਾਮ ਹੁੰਦਾ ਉਹ ਸਬਜੈਕਟ ਹੀ ਆਉਂਦਾ ਐਮਸੀਕਿਊ ਜ਼ਿਆਦਾ ਬਣਦੇ ਨਹੀਂ ਤਾਂ ਕਿ ਬਿਲਕੁਲ ਥੋੜੇ ਜਿਹੇ ਐਮਸੀਕਿਊ ਨੇ ਬਟ ਦੇ ਕਨਸੈਪਟ ਨੇ ਉਹ ਆਪਾਂ ਚੰਗੀ ਤਰ੍ਹਾਂ ਕਵਰ ਕਰਾਂਗੇ ਠੀਕ ਹੈ ਜੀ ਤਾਂ ਫਸਟ ਜਿਹੜੇ ਆਪਣਾ ਕੰਪਲੀਟ ਹੋ ਗਿਆ ਡਾਇਨਾਮਿਕ ਦਾ ਨੈਕਸਟ ਕੱਲ ਆਪਾਂ ਮਿਲਦੇ ਨੈਕਸਟ ਕਲਾਸ ਦੇ ਨਾਲ ਠੀਕ ਹੈ ਜੀ क्लास बढ़िया लगी तो शेयर लाइक कमेंट जरूर मिलते हैं कल टेक केयर बाय बाय